Hello students, today we are going to start exercise 4.2. The first sum of 4.2 is write the following in exponential form. 2 cube and 3 cube multiply 3 raised to power 4 and multiply 3 raised to power 5. ਇਹਨਾਂ ਨੂੰ ਆਪਾਂ ਐਕਸਪੋਨੈਂਸ਼ੀਅਲ ਫਾਰਮ ਦੇ ਵਿੱਚ ਹੀ ਰਾਈਟ ਕਰਨਾ ਹੈਗਾ। ਠੀਕ ਹੈ, ਤਾਂ ਦੇਖੋ ਇਹਨਾਂ ਦੇ ਬੇਸ ਇਕੁਅਲ ਆ। ਆਪਾਂ ਕੀਤਾ ਸੀ ਜਦੋਂ ਬੇਸ ਇਕੁਅਲ ਹੋਣ, ਠੀਕ ਹੈ, ਜਦੋਂ ਬੇਸ ਇਹਨਾਂ ਦੇ ਇਕੁਅਲ ਆ, ਜਿਵੇਂ ਏ ਸਕੁਅਰ ਏ ਕਿਊਬ ਬੇਸ ਇਕੁਅਲ ਆ ਤਾਂ ਪਾਵਰਸ ਐਡ ਹੋ ਜਾਂਦੀਆਂ। ਠੀਕ ਹੈ, ਜਦੋਂ ਬੇਸ ਇਕੁਅਲ ਆ ਪਾਵਰਸ ਐਡ ਹੋ ਜਾਂਦੀਆਂ। ਠੀਕ ਹੈ, ਹੁਣ ਇਹਨਾਂ ਦੇ ਬੇਸ ਇਕੁਅਲ ਆ ਤਾਂ ਪਾਵਰਸ ਇਹਨਾਂ ਦੀਆਂ ਐਡ ਹੋ ਜਾਣਗੀਆਂ। ਠੀਕ ਹੈ, ਬੇਸ 3 ਕਿਊਬ ਇੱਥੇ ਵੀ 3 ਇੱਥੇ ਵੀ 3 ਹੈਗਾ ਤਾਂ ਪਾਵਰਸ ਇਹਨਾਂ ਦੀਆਂ ਐਡ ਹੋ ਜਾਣਗੀਆਂ। ਪਾਵਰਸ ਐਡ ਹੋ ਕੇ 4 + 5 + 4 9 9 + 3 12। ਐਕਸਪੋਨੈਂਸ਼ੀਅਲ ਫਾਰਮ ਦੇ ਵਿੱਚ ਆਪਾਂ ਰਾਈਟ ਕਰਤਾ 3 raised to power 12। ਨੈਕਸਟ ਹੈਗਾ ਇਹਨਾਂ ਦੀਆਂ ਬੇਸ ਇਕੁਅਲ ਆ। ਠੀਕ ਹੈ, ਪਹਿਲਾਂ ਬ੍ਰੈਕਟ ਨੂੰ ਸੋਲਵ ਕਰਾਂਗੇ। ਬੇਸ ਇਕੁਅਲ ਆ ਤਾਂ ਪਾਵਰਸ ਵਿੱਚ ਇਹਨਾਂ ਦੇ ਵਿੱਚ ਡਿਵਾਈਡ ਦਾ ਸਾਈਨ ਆ। ਦੇਖੋ ਜਦੋਂ ਬੇਸ ਇਕੁਅਲ ਹੋਣ ਤੇ ਵਿੱਚ ਡਿਵਾਈਡ ਦਾ ਸਾਈਨ ਹੋਵੇ ਤਾਂ ਪਾਵਰਸ ਜਿਹੜੀਆਂ ਉਹ ਸਬਟਰੈਕਟ ਹੁੰਦੀਆਂ। ਠੀਕ ਹੈ, ਮਾਈਨਸ ਹੋ ਜਾਂਦੀਆਂ ਪਾਵਰਸ ਜਦੋਂ ਬੇਸ ਇਕੁਅਲ ਹੋਣ ਵਿੱਚ ਡਿਵਾਈਡ ਦਾ ਸਾਈਨ ਹੋਵੇ। ਹੁਣ ਇਹਨਾਂ ਦੇ ਬੇਸ ਇਕੁਅਲ ਆ ਵਿੱਚ ਡਿਵਾਈਡ ਦਾ ਸਾਈਨ ਆ ਤਾਂ ਪਾਵਰਸ ਜਿਹੜੀਆਂ ਇਹਨਾਂ ਦੀਆਂ ਸਬਟਰੈਕਟ ਹੋਣਗੀਆਂ। ਤਾਂ ਫਿਰ 21 - 13 ਆ ਗਿਆ ਇੱਥੇ, ਮਲਟੀਪਲਾਈ 8 ਦੀ ਪਾਵਰ ਕਿੰਨੀ ਆ 7। ਠੀਕ ਹੈ, ਹੁਣ ਨੈਕਸਟ ਅੱਗੇ ਕਿਵੇਂ ਕਰਾਂਗੇ ਇਹਨੂੰ, ਇਹਦੀ ਪਾਵਰ ਕਿੰਨੀ ਆ ਗਈ 3 ਦੀ ਪਾਵਰ ਕਿੰਨੀ ਆ ਜੂਗੀ 13 ਮਾਈਨਸ ਕਰਕੇ 8। ਠੀਕ ਹੈ, 3 ਦੀ ਪਾਵਰ 8 ਆ ਗਈ ਮਲਟੀਪਲਾਈ 8 ਦੀ ਪਾਵਰ 7। ਹੁਣ ਇਹਨਾਂ ਦੇ ਬੇਸ ਇਕੁਅਲ ਨਹੀਂ ਹੈਗੇ। ਠੀਕ ਹੈ, ਬੇਸ ਇਕੁਅਲ ਨਹੀਂ ਹੈਗੀ ਤਾਂ ਜਿਹੜੀਆਂ ਪਾਵਰਸ ਆ ਇਹਨਾਂ ਦੀਆਂ, ਠੀਕ ਹੈ, ਬੇਸ ਇਕੁਅਲ ਨਹੀਂ ਤਾਂ ਪਾਵਰਸ ਵੀ ਇਕੁਅਲ ਨਹੀਂ ਹੈਗੀਆਂ ਤਾਂ ਇਹਨੂੰ ਇਸੇ ਤਰ੍ਹਾਂ ਹੀ ਰਾਈਟ ਕਰਾਂਗੇ। ਅੱਗੇ ਇਹਨਾਂ ਨੂੰ ਆਪਾਂ ਕੁਛ ਵੀ ਨਹੀਂ ਕਰ ਸਕਦੇ। ਠੀਕ ਹੈ, ਜਦੋਂ ਬੇਸ ਵੀ ਨਹੀਂ ਇਕੁਅਲ ਅਤੇ ਪਾਵਰਸ ਵੀ ਨਹੀਂ ਇਕੁਅਲ ਤਾਂ ਆਪਾਂ ਸਮ ਨੂੰ ਇੱਥੇ ਹੀ ਛੱਡ ਦਿੰਦੇ ਹਾਂ। ਇਹੀ ਇਹਦਾ ਆਨਸਰ ਹੈਗਾ। ਠੀਕ ਹੈ, ਤਾਂ ਫਿਰ ਇਹਦਾ ਆਨਸਰ ਇਹੀ ਆ ਜਦੋਂ ਬੇਸ ਵੀ ਨਹੀਂ ਇਕੁਅਲ ਅਤੇ ਪਾਵਰਸ ਵੀ ਨਹੀਂ ਇਕੁਅਲ। ਨੈਕਸਟ ਇਹਨਾਂ ਦੇ ਬੇਸ ਇਕੁਅਲ ਨਹੀਂ ਹੈਗੇ, ਪਾਵਰਸ ਇਕੁਅਲ ਆ ਤਾਂ ਆਪਾਂ ਕੀ ਕਰਦੇ ਸੀ ਜਦੋਂ ਬੇਸ ਇਕੁਅਲ ਨਹੀਂ, ਮੰਨ ਲਓ ਏ ਕਿਊਬ ਮਲਟੀਪਲਾਈ ਬੀ ਕਿਊਬ, ਜਦੋਂ ਬੇਸ ਇਕੁਅਲ ਨਹੀਂ ਤਾਂ ਕੀ ਕਰਦੇ ਸੀ ਆਪਾਂ ਬੇਸ ਮਲਟੀਪਲਾਈ ਹੁੰਦੇ ਸੀ ਅਤੇ ਪਾਵਰ ਜਿਹੜੀ ਸੀ ਦੋਨਾਂ ਦੇ ਸੀ ਉਹ ਸੇਮ ਪਾਵਰ 1 ਲਿਖੀ ਜਾਂਦੀ ਸੀ। ਠੀਕ ਹੈ, ਤਾਂ ਬੇਸ ਜਿਹੜੇ ਸੀ ਉਹਨਾਂ ਦੇ ਮਲਟੀਪਲਾਈ ਹੋ ਜਾਂਦੇ ਸੀ ਜਦੋਂ ਬੇਸ ਇਕੁਅਲ ਨਹੀਂ ਸੀ। ਹੁਣ ਇੱਥੇ ਦੇਖੋ, ਇੱਥੇ ਬੇਸ ਇਕੁਅਲ ਨਹੀਂ ਹੈਗੇ ਤਾਂ ਬੇਸ ਮਲਟੀਪਲਾਈ ਹੋ ਜਾਣਗੇ ਅਤੇ ਪਾਵਰ ਇਹਨਾਂ ਵਿੱਚੋਂ ਇੱਕ ਇਹਨਾਂ ਦੀ ਸਾਂਝੀ ਪਾਵਰ ਦੋਨਾਂ ਦੀ ਵੀ 7 ਆ ਤਾਂ ਆਪਾਂ ਇੱਥੇ ਬਾਹਰ ਲਿਖਤਾ ਵੀ ਦੋਨਾਂ 'ਤੇ ਪਾਵਰ 7 ਆ। ਜੇ ਖੋਲਾਂਗੇ ਇਹਦੇ 'ਤੇ ਵੀ 7 ਆ ਜੂ, ਇਹਦੇ 'ਤੇ ਵੀ 7 ਆ ਜੂ। ਠੀਕ ਹੈ, ਤਾਂ ਇਹ ਮਲਟੀਪਲਾਈ ਹੋ ਕੇ ਕੀ ਆ ਗਿਆ 6 ਦੀ ਪਾਵਰ 7। ਠੀਕ ਹੈ, ਨੈਕਸਟ ਹੁਣ ਪਾਵਰ ਆਫ ਪਾਵਰ ਤੁਸੀਂ ਕੀਤਾ ਸੀ ਏ ਕਿਊਬ ਸਕੇਅਰ ਪਾਵਰ ਆਫ ਪਾਵਰ। ਜਦੋਂ ਪਾਵਰ ਆਫ ਪਾਵਰ ਆਪਾਂ ਕੀਤਾ ਸੀ ਤਾਂ ਪਾਵਰਸ ਜਿਹੜੀਆਂ ਸੀਗੀਆਂ ਕੀ ਤੁਹਾਨੂੰ ਦੱਸਿਆ ਸੀ ਵੀ ਮਲਟੀਪਲਾਈ ਹੋਣਗੀਆਂ ਜਦੋਂ ਪਾਵਰ ਦੇ ਉੱਪਰ ਪਾਵਰ ਹੋਵੇ, ਪਾਵਰ ਆਫ ਪਾਵਰ। ਠੀਕ ਹੈ, ਤਾਂ ਪਾਵਰਸ ਜਿਹੜੀਆਂ ਉਹ ਮਲਟੀਪਲਾਈ ਹੋਣਗੀਆਂ ਤਾਂ ਕਿੰਨੀ ਆ ਜੂ ਪਾਵਰ ਇਹਦੀ 3 × 5 2 ਦੀ ਪਾਵਰ 15। ਠੀਕ ਹੈ, ਤਾਂ 3 × 5 ਆ ਗਿਆ ਅਤੇ 2 ਦੀ ਪਾਵਰ ਕਿੰਨੀ ਆ ਗਈ 15। ਨੈਕਸਟ ਪਾਵਰ ਆਫ ਪਾਵਰ, ਫਿਰ ਇਹਨੂੰ ਡਿਵਾਈਡ ਕੀਤਾ ਹੋਇਆ। ਇਹਦੀ ਪਾਵਰ ਆਪਾਂ ਕੀਤੀ ਸੀ ਸੋਲਵ, ਕਿੰਨੀ ਆਉਂਦੀ ਹੈ 15। 3 × 5 15 ਆ ਗਈ ਡਿਵਾਈਡਡ ਬਾਈ 2 ਸਕੇਅਰ। ਠੀਕ ਹੈ, ਹੁਣ ਬੇਸ ਇਕੁਅਲ ਆ ਵਿੱਚ ਡਿਵਾਈਡ ਦਾ ਸਾਈਨ ਆ ਤਾਂ ਪਾਵਰਸ ਜਿਹੜੀਆਂ ਇਹਨਾਂ ਦੀਆਂ ਸਬਟਰੈਕਟ ਹੋ ਜਾਣਗੀਆਂ। ਜਦੋਂ ਬੇਸ ਇਕੁਅਲ ਆ ਵਿੱਚ ਡਿਵਾਈਡ ਦਾ ਸਾਈਨ ਆ
ਤਾਂ ਪਾਵਰਸ ਸਬਟਰੈਕਟ ਹੋ ਜਾਣਗੀਆਂ। 2 ਦੀ ਪਾਵਰ ਕਿੰਨੀ ਆ ਜੂ 15 - 2 13। ਠੀਕ ਹੈ, ਨੈਕਸਟ ਹੈਗਾ ਸੇਮ ਆ ਦੋਨੋਂ ਪਾਵਰਸ, ਬੇਸ ਇਕੁਅਲ ਆ, ਦੋਨਾਂ ਦੇ ਬੇਸ ਇਕੁਅਲ ਆ ਤਾਂ ਪਾਵਰਸ ਕੀ ਹੋਣਗੀਆਂ ਸਬਟਰੈਕਟ 8 - 8। ਠੀਕ ਹੈ, 8 - 8 ਪਾਵਰ ਕਿੰਨੀ ਆ ਗਈ 0। ਹੁਣ ਦੇਖੋ ਕਿਸੇ ਦੀ ਵੀ ਪਾਵਰ 0 ਆ, ਜਦੋਂ ਪਾਵਰ 0 ਹੋ ਜੇ ਤਾਂ ਉਹਦੀ ਵੈਲਿਊ 1 ਹੋ ਜਾਂਦੀ ਹੈ। ਕੋਈ ਵੀ ਨੰਬਰ ਹੋਵੇ, ਕਿਸੇ ਵੀ ਨੰਬਰ ਦੀ ਪਾਵਰ 0 ਹੋਵੇ ਤਾਂ ਉਹਦੀ ਵੈਲਿਊ ਜਿਹੜੀ ਉਹ 1 ਹੋ ਜਾਂਦੀ ਹੈ। ਕੋਈ ਵੀ ਨੰਬਰ ਹੋਵੇ, ਐਨੀ ਨੰਬਰ 1000 1000 10,000 ਲੱਖ, ਜਦੋਂ ਉਹਦੀ ਪਾਵਰ 0 ਹੋ ਗਈ ਤਾਂ ਉਹਦਾ ਕੀ ਹੋ ਜਾਊਗਾ, ਵੈਲਿਊ ਦੀ ਕਿੰਨੀ ਹੋ ਜਾਊਗੀ 1। ਸੈਕਿੰਡ ਸਮ, ਸਿੰਪਲੀਫਾਈ ਐਂਡ ਐਕਸਪ੍ਰੈਸ ਈਚ ਆਫ ਦਾ ਫੋਲੋਇੰਗ ਇਨ ਐਕਸਪੋਨੈਂਸ਼ੀਅਲ ਫਾਰਮ। ਫਸਟਲੀ ਇਹਨੂੰ ਸਿੰਪਲੀਫਾਈ ਕਰਨਾ, ਉਸ ਤੋਂ ਬਾਅਦ ਦੇ ਵਿੱਚ ਇਹਨੂੰ ਐਕਸਪੋਨੈਂਸ਼ੀਅਲ ਫਾਰਮ ਦੇ ਵਿੱਚ ਰਾਈਟ ਕਰਨਾ। ਠੀਕ ਹੈ, 3 ਦੀ ਪਾਵਰ ਆਫ ਪਾਵਰ ਹੈ ਨਾ, 3 ਦੇਖੋ 3 ਰੇਜ਼ ਟੂ ਪਾਵਰ 2 ਪਾਵਰ 4 ਪਾਵਰ ਆਫ ਪਾਵਰ ਆ ਤਾਂ ਇਹ ਮਲਟੀਪਲਾਈ ਹੋ ਜਾਣਗੇ, ਕਿੰਨੀ ਆ ਜਾਊਗੀ ਪਾਵਰ 8। 2 × 4 8, 3 ਦੀ ਪਾਵਰ 8। ਹੁਣ ਦੇਖੋ ਇਹ ਬ੍ਰੈਕਿਟ ਸੋਲਵ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਬੇਸ ਇਕੁਅਲ ਆ, ਪਾਵਰਸ ਵਿੱਚ ਮਲਟੀਪਲਾਈ ਦਾ ਸਾਈਨ ਆ ਤਾਂ ਪਾਵਰਸ ਐਡ ਹੋ ਜਾਣਗੀਆਂ। 8 + 8 ਡਿਵਾਈਡਡ ਬਾਈ 3 ਦੀ ਪਾਵਰ 12। 3 ਦੀ ਪਾਵਰ ਕਿੰਨੀ ਹੈਗੀ 8 + 8 16 ਡਿਵਾਈਡਡ ਬਾਈ 12। ਹੁਣ ਦੇਖੋ ਇੱਥੇ ਵੀ ਆਪਣੇ ਕੋਲ ਪਾਵਰਸ ਬੇਸ ਸੇਮ ਆ ਤਾਂ ਵਿੱਚ ਡਿਵਾਈਡ ਦਾ ਸਾਈਨ ਆ, ਪਾਵਰਸ ਕੀ ਹੋ ਜਾਣਗੀਆਂ ਸਬਟਰੈਕਟ। ਬੇਸ ਇਕੁਅਲ, ਠੀਕ ਹੈ, ਡਿਵਾਈਡ ਦਾ ਸਾਈਨ ਵਿੱਚ ਤਾਂ ਪਾਵਰਸ ਸਬਟਰੈਕਟ ਹੋ ਜਾਣਗੀਆਂ। 3 ਦੀ ਪਾਵਰ 4। ਤੁਸੀਂ ਇਸ ਗੱਲ ਦਾ ਧਿਆਨ ਰੱਖਣਾ, ਇਹ ਨਾ ਹੋਵੇ ਤੁਹਾਡੇ 3 ਇਸ ਤਰ੍ਹਾਂ ਛੋਟੇ ਕਰ ਕਰਕੇ ਮੈਂ ਲਿਖੇ ਹੁਣ ਅਤੇ ਵਿੱਚ ਬੇਸ ਦਾ ਅਤੇ ਪਾਵਰ ਦਾ ਪਤਾ ਹੀ ਨਾ ਲੱਗੇ, ਬੇਸ ਕਿਹੜਾ ਅਤੇ ਪਾਵਰ ਕਿਹੜੀ ਆ। ਠੀਕ ਹੈ, ਇਸ ਤਰ੍ਹਾਂ ਸਹੀ ਢੰਗ ਨਾਲ ਲਿਖਣਾ ਹੈਗਾ। ਨੈਕਸਟ ਹੈਗਾ ਬੇਸ ਇਕੁਅਲ ਆ, ਵਿੱਚ ਮਲਟੀਪਲਾਈ ਦਾ ਸਾਈਨ ਆ ਤਾਂ ਪਾਵਰਸ ਐਡ ਹੋ ਜਾਣਗੀਆਂ। ਬ੍ਰੈਕਿਟ ਸੋਲਵ ਹੋ ਗਈ। ਠੀਕ ਹੈ, ਉਸ ਤੋਂ ਬਾਅਦ ਇਹਦੇ ਨਾਲ ਡਿਵਾਈਡ ਕਰਾਂਗੇ, ਕਿੰਨੀ ਹੋ ਜੂਗੀ ਪਾਵਰ 4 + 6 4 + 2 6 ਹੋ ਗਈ, ਡਿਵਾਈਡਡ ਬਾਈ 8 ਕਿਊਬ। ਠੀਕ ਹੈ, ਬੇਸ ਇਕੁਅਲ ਆ, ਵਿੱਚ ਡਿਵਾਈਡ ਦਾ ਸਾਈਨ ਆ ਅਤੇ ਪਾਵਰਸ ਸਬਟਰੈਕਟ ਹੋ ਜਾਣਗੀਆਂ ਤਾਂ ਕੀ ਆ ਗਿਆ 8 ਕਿਊਬ ਆ ਗਿਆ। ਬਹੁਤ ਈਜ਼ੀ ਆ ਸਮ, ਸਾਰੇ ਸੇਮ ਹੀ ਆ। ਠੀਕ ਹੈ, ਜਿਵੇਂ ਪਹਿਲਾਂ ਕੀਤੇ ਸੀ ਉਵੇਂ ਹੀ ਇਹ ਸਮ ਆ। ਅੱਗੇ ਵੀ ਬੇਸ ਇਕੁਅਲ ਆ, ਵਿੱਚ ਮਲਟੀਪਲਾਈ ਦਾ ਸਾਈਨ ਤਾਂ ਪਾਵਰਸ ਐਡ ਹੋ ਜਾਣਗੀਆਂ। ਕਿੰਨਾ ਆ ਗਿਆ 2 + 4 ਡਿਵਾਈਡਡ ਬਾਈ 7 ਕਿਊਬ। ਠੀਕ ਹੈ, ਹੁਣ ਇੱਥੋਂ 7 ਕਿੰਨਾ ਆ ਗਿਆ ਪਾਵਰ 6 ਡਿਵਾਈਡਡ ਬਾਈ 7 ਕਿਊਬ। ਹੁਣ ਵਿੱਚ ਡਿਵਾਈਡ ਦਾ ਸਾਈਨ ਆ ਤਾਂ ਪਾਵਰਸ ਡਿਵਾਈਡ ਦਾ ਸਾਈਨ ਆ ਤਾਂ ਪਾਵਰਸ ਸਬਟਰੈਕਟ ਹੋ ਜਾਣਗੀਆਂ। 6 - 3 ਤਾਂ ਕਿੰਨਾ ਆ ਗਿਆ 7 ਕਿਊਬ। ਠੀਕ ਹੈ, ਕਿੰਨਾ ਆ ਗਿਆ ਇੱਥੇ 7 ਕਿਊਬ। ਹੁਣ ਇੱਥੇ ਦੇਖੋ ਬਾਕੀ ਸਮ ਦੇ ਵਿੱਚ ਤਾਂ 3 ਆ, ਇਹਨਾਂ ਦੇ ਪ੍ਰਾਈਮ ਫੈਕਟਰੀ ਆ ਇਹ। ਠੀਕ ਹੈ, 3 ਆ, ਇਹ ਨੀਚੇ ਆਪਣੇ ਕੋਲ ਸੀਗਾ 7 ਆ। ਹੁਣ ਜਿਹੜਾ ਸੈਕਿੰਡ ਸਮ ਸੀ ਇੱਥੇ 2 ਆ, ਇਹਦੇ ਫੈਕਟਰ ਹੋਰ ਬਣ ਸਕਦੇ ਆ। ਇਹਨੂੰ ਕੀ ਆਪਾਂ ਲਿਖ ਸਕਦੇ ਹਾਂ 2 × 2 × 2 8 ਨੂੰ 8 ਆ। ਹੁਣ ਇੱਥੇ ਆਪਣੇ ਕੋਲ 8 ਦੇ ਫੈਕਟਰ ਹੋਰ ਬਣ ਸਕਦੇ ਆ। ਠੀਕ ਹੈ, ਤਾਂ ਇੱਥੇ ਕਿਊਬ ਇਹਦੇ 'ਤੇ ਆ 8 ਆ ਆਪਣੇ ਕੋਲ। ਠੀਕ ਹੈ, 8 ਦੀ ਕਿਊਬ ਤਾਂ ਆਪਾਂ ਨੂੰ ਪਹਿਲਾਂ ਦਿੱਤਾ ਹੋਇਆ ਪਾਵਰ। ਹੁਣ ਇਹਨੂੰ ਆਪਾਂ ਇਸ ਤਰ੍ਹਾਂ ਲਿਖ ਸਕਦੇ ਹਾਂ 2 ਕਿਊਬ ਉੱਪਰ ਕਿਊਬ ਪਹਿਲਾਂ 8 ਦੇ ਆ 8 ਹੋ ਗਿਆ, 2 ਕਿਊਬ 8 ਹੋ ਗਿਆ, ਇਹਦੇ ਉੱਪਰ ਪਾਵਰ 3 ਦਿੱਤੀ ਹੋਈ ਸੀ। ਹੁਣ ਪਾਵਰ ਆਫ ਪਾਵਰ ਆ ਤਾਂ ਇਹਦੀ ਪਾਵਰ ਕਿੰਨੀ ਆ ਗਈ 9। ਠੀਕ ਹੈ, ਕਿਉਂਕਿ ਇਹਦੇ ਵਿੱਚ ਵੀ 2 × 2 ਸੀਗੇ, 2 ਕਿਊਬ ਇੱਥੇ ਆ, ਕਿਊਬ ਇਹ ਆ ਤਾਂ 2 ਦੀ ਪਾਵਰ ਕਿੰਨੀ ਆਉਂਦੀ ਹੈ ਇੱਥੇ 9। ਠੀਕ ਹੈ, ਇਹਨੂੰ ਅੱਗੇ ਮਤਲਬ ਉਹਨਾਂ ਨੇ ਸਿੰਪਲੀਫਾਈ ਕਰਨ ਨੂੰ ਕਿਹਾ ਸੀ ਤਾਂ ਉਸ ਤੋਂ ਬਾਅਦ ਦੇ ਵਿੱਚ ਐਕਸਪੋਨੈਂਸ਼ੀਅਲ ਫਾਰਮ 'ਚ ਲਿਖਣਾ, ਤਾਂ ਇੱਥੋਂ ਆਪਾਂ ਇਹਨੂੰ ਸਿੰਪਲੀਫਾਈ ਕਰਕੇ ਐਕਸਪੋਨੈਂਸ਼ੀਅਲ ਫਾਰਮ ਦੇ ਵਿੱਚ ਲਿਖ ਦੇਣਾ। ਥਰਡ ਸਮ ਹੈਗਾ ਰਾਈਟ ਦਾ ਫੋਲੋਇੰਗ ਇਨ ਐਕਸਪੋਨੈਂਸ਼ੀਅਲ ਫਾਰਮ ਵਿਦ ਪ੍ਰਾਈਮ ਨੰਬਰ ਐਜ਼ ਬੇਸ।
ਇਹਨਾਂ ਨੂੰ ਆਪਾਂ ਐਕਸਪੋਨੈਂਸ਼ੀਅਲ ਫਾਰਮ ਦੇ ਵਿੱਚ ਲਿਖਣਾ ਸੀ ਤਾਂ ਜਿਹੜਾ ਬੇਸ ਆ ਪ੍ਰਾਈਮ ਨੰਬਰ ਹੋਵੇ, ਜਿਵੇਂ ਤੁਹਾਨੂੰ ਸੈਕਿੰਡ ਸਮ ਮੈਂ ਕਰਵਾਇਆ ਸੀ 8 ਕਿਊਬ ਵਾਲਾ, ਪਿੱਛੇ ਆਪਾਂ ਸਮ ਕੀਤਾ, ਮੈਂ ਉਹਨੂੰ ਤੁਹਾਨੂੰ ਉੱਥੇ ਹੀ ਰਾਈਟ ਕਰਵਾਤਾ ਸੀ, ਉਹਦਾ ਬੇਸ ਪ੍ਰਾਈਮ ਨੰਬਰ ਬਣਾਤਾ ਸੀ। ਹੁਣ ਇਹਦਾ ਬੇਸ ਪ੍ਰਾਈਮ ਨੰਬਰ ਨਹੀਂ ਹੈਗਾ, ਇਹਦੇ ਫੈਕਟਰ ਬਣਾ ਲੈਣੇ ਆਪਾਂ 8 ਦੇ। 2 ਇੱਥੇ 4 ਆ ਗਿਆ, 2 ਆ ਗਿਆ, ਠੀਕ ਹੈ, 2 ਨਾਲ ਡਿਵਾਈਡ ਕੀਤਾ, ਇਹ ਆਪਾਂ ਫੈਕਟਰ ਬਣਾ ਲਏ 8 ਦੇ। ਕਿਹੜੇ ਬਣ ਗਏ 8 ਦੇ ਫੈਕਟਰ? -2 ਮਲਟੀਪਲਾਈ -2, ਇਹ ਮਾਈਨਸ ਆਪਾਂ ਨਾਲ ਲਗਾ ਲਾਂਗੇ, ਮਲਟੀਪਲਾਈ -2 ਕਿਊਬ, ਆ ਕਿਊਬ ਉੱਪਰ ਆਪਾਂ ਲਿਖ ਦਾਂਗੇ, ਆ 8 ਬਣ ਗਿਆ ਆਪਣੇ ਕੋਲ, 8 ਦੇ ਫੈਕਟਰ ਬਣ ਗਏ, ਠੀਕ ਹੈ। ਹੁਣ ਇੱਥੇ ਕੀ ਆ ਜਾਊਗਾ? -2 ਕਿਊਬ ਆ ਜਾਊਗਾ, ਠੀਕ ਹੈ, 3 ਟਾਈਮਸ ਆ ਤਾਂ ਇਹਦੀ ਪਾਵਰ ਕਿੰਨੀ ਆ ਜਾਊਗੀ? 3, ਠੀਕ ਹੈ। ਉੱਪਰ 3 ਆਪਾਂ ਨੂੰ ਪਹਿਲਾਂ ਉਹਨਾਂ ਨੇ ਦਿੱਤਾ ਹੋਇਆ ਸੀ ਰਾਈਟ ਕਰਕੇ ਕਿਊਬ, ਪਹਿਲਾਂ ਐਕਸਪੋਨੈਂਟ ਉਹਦੀ 3 ਦਿੱਤੀ ਹੋਈ ਸੀ ਉਹਨਾਂ ਨੇ। ਹੁਣ ਪਾਵਰ ਆਫ ਪਾਵਰ ਬਣ ਗਈ, ਇਹ ਮਲਟੀਪਲਾਈ ਹੋ ਜਾਣਗੇ, ਤਾਂ ਬੇਸ ਕਿੰਨਾ ਬਣਾਤਾ ਆਪਾਂ? 2 ਬਣਾਤਾ, ਪ੍ਰਾਈਮ ਫੈਕਟਰ ਬਣਾਤਾ ਬੇਸ, ਠੀਕ ਹੈ, ਪ੍ਰਾਈਮ ਨੰਬਰ ਬਣਾਤਾ ਜਿਹੜਾ ਬੇਸ ਆ, ਅਤੇ ਇਹਦੀ ਪਾਵਰ ਕਿੰਨੀ ਆ ਜਾਊਗੀ? 3 ਮਲਟੀਪਲਾਈ 3 9। ਇਸੇ ਤਰ੍ਹਾਂ ਨੈਕਸਟ ਆ 27 ਦੇ ਫੈਕਟਰ ਬਣਾ ਲੈਣੇ ਆ। 3 9 ਆ ਗਿਆ, 3 'ਤੇ ਡਿਵਾਈਡ ਕੀਤਾ 3 ਆ ਗਿਆ, 3 'ਤੇ ਡਿਵਾਈਡ ਕੀਤਾ 1 ਆ ਗਿਆ, ਤਾਂ ਇੱਥੇ ਕਿੰਨੇ ਬਣ ਗਏ ਇਹਦੇ ਫੈਕਟਰ? 3 ਮਲਟੀਪਲਾਈ 3 ਮਲਟੀਪਲਾਈ 3 ਪਾਵਰ 2, ਠੀਕ ਹੈ। ਹੁਣ ਇੱਥੇ 3 ਦੀ ਪਾਵਰ ਕਿੰਨੀ ਬਣ ਜੂ? 1 2 3, ਠੀਕ ਹੈ, 3 'ਤੇ 3 ਬਣ ਗਈ ਪਾਵਰ, ਉੱਪਰ 2 ਆਪਾਂ ਨੂੰ ਪਹਿਲਾਂ ਦਿੱਤੀ ਹੋਈ ਸੀ ਪਾਵਰ, ਤਾਂ ਪਾਵਰ ਆਫ ਪਾਵਰ ਬਣ ਗਈ। ਪਾਵਰ ਆਫ ਪਾਵਰ ਕੀ ਹੁੰਦਾ? ਇਹਨਾਂ ਮਲਟੀਪਲਾਈ ਹੋ ਜਾਂਦੇ, 3 ਮਲਟੀਪਲਾਈ 2 ਤਾਂ 3 ਰੇਜ਼ ਟੂ ਪਾਵਰ 6, ਇਹ ਆਂਸਰ ਆ ਗਿਆ ਇਹਦਾ, ਠੀਕ ਹੈ, ਇਹਦਾ ਆਂਸਰ। ਨੈਕਸਟ 625 ਦੇ ਫੈਕਟਰ ਬਣਾ ਲਾਂਗੇ, ਠੀਕ ਹੈ। ਤੁਸੀਂ ਪਿਛਲੀ ਐਕਸਰਸਾਈਜ਼ ਵਿੱਚ ਵੀ ਇਹ ਕੀਤਾ ਹੈਗਾ, ਫੈਕਟਰ ਬਣਾ ਕੇ 625 ਦੇ ਫੈਕਟਰ ਬਣਾ ਲਏ 125, ਠੀਕ ਹੈ। ਇਹ 5 'ਤੇ ਗਿਆ ਪਹਿਲਾਂ 125, ਫਿਰ 5 'ਤੇ ਕੀਤਾ ਤਾਂ ਆਪਣੇ ਕੋਲ ਕਿੰਨਾ ਆ ਜਾਊਗਾ? ਇਹ 25, ਫਿਰ 5 ਨਾਲ ਡਿਵਾਈਡ ਕੀਤਾ 5, ਅਤੇ ਫਿਰ 5 ਨਾਲ ਡਿਵਾਈਡ ਕੀਤਾ 1, ਠੀਕ ਹੈ। ਕਿੰਨੇ ਬਣ ਗਏ ਇਹਦੇ? 5 ਟਾਈਮ 4 ਟਾਈਮਸ ਆ ਗਿਆ 5 ਆਪਣੇ ਕੋਲ ਇੱਥੇ, 1 2 3 4 ਟਾਈਮਸ 5 ਆ ਗਿਆ, ਠੀਕ ਹੈ। 625 ਇਹ ਬਣ ਰਿਹਾ ਆਪਣੇ ਕੋਲ 4 ਟਾਈਮਸ 5, ਅਤੇ ਉੱਪਰ ਪਾਵਰ ਜਿਹੜੀ ਹੈਗੀ ਆ ਉਹ ਆਪਾਂ ਉਸੇ ਤਰ੍ਹਾਂ ਰਾਈਟ ਕਰ ਦੇਣੀ ਆ, ਠੀਕ ਹੈ। ਇੱਥੇ ਪਾਵਰ ਆਪਣੇ ਕੋਲ ਕਿੰਨੀ ਆ ਗਈ? 5 ਅਤੇ 1 2 3 4, ਠੀਕ ਹੈ। ਅਤੇ ਉੱਪਰ ਪਹਿਲਾਂ ਦਿੱਤੀ ਹੋਈ ਸੀ ਉਹ ਕਿੰਨੀ ਸੀਗੀ? 4। ਪਾਵਰ ਆਫ ਪਾਵਰ ਮਲਟੀਪਲਾਈ ਹੋ ਜਾਣੀ ਹੈ, ਜਦੋਂ ਪਾਵਰ ਆਫ ਪਾਵਰ ਆ ਤਾਂ ਪਾਵਰਸ ਮਲਟੀਪਲਾਈ ਹੋ ਜਾਂਦੀਆਂ, ਤਾਂ ਕਿੰਨਾ ਆ ਗਿਆ? 4 ਮਲਟੀਪਲਾਈ 4 16, 5 ਰੇਜ਼ ਟੂ ਪਾਵਰ 16, ਇਹ ਮਲਟੀਪਲਾਈ ਹੋ ਕੇ ਕਿੰਨੇ ਆ ਗਏ? 16। ਇਸੇ ਤਰ੍ਹਾਂ ਇਹਨਾਂ ਨੂੰ ਤੁਸੀਂ ਇਹਦਾ ਬੇਸ ਆ ਜਿਹੜਾ ਉਹ ਪ੍ਰਾਈਮ ਨੰਬਰ ਬਣਾ ਦੋਗੇ ਸਾਰਿਆਂ ਦਾ, ਠੀਕ ਹੈ। ਇਸ ਤਰ੍ਹਾਂ ਇਹਨਾਂ ਦੇ ਬੇਸ ਪ੍ਰਾਈਮ ਨੰਬਰ ਬਣ ਜਾਣਗੇ, ਠੀਕ ਹੈ। ਤਾਂ ਉਹਦੀ ਪਾਵਰ ਜਿੰਨੀ ਵੀ ਪਾਵਰ ਬਣਦੀ ਹੈ ਮਲਟੀਪਲਾਈ ਹੋ ਕੇ ਉਹਦੀ ਉਨੀ ਪਾਵਰ ਲਿਖ ਦੇਣੀ ਆ। ਦੇਖੋ ਨੈਕਸਟ 4th ਨੂੰ ਵੀ ਆਪਾਂ ਸਿੰਪਲੀਫਾਈ ਕਰਨਾ, ਉਸ ਤੋਂ ਬਾਅਦ 'ਚ ਇਹਨੂੰ ਐਕਸਪੋਨੈਂਸ਼ੀਅਲ ਫਾਰਮ ਦੇ ਵਿੱਚ ਰਾਈਟ ਕਰਨਾ। ਹੁਣ ਦੇਖੋ ਉੱਥੇ ਤਾਂ ਆਪਣੇ ਕੋਲ ਬੇਸ ਇਕੁਅਲ ਹੁੰਦੇ ਸੀ, ਇੱਥੇ ਆਪਣੇ ਕੋਲ ਬੇਸ ਇਕੁਅਲ ਨਹੀਂ ਹੈਗੀ, ਤਾਂ ਫਿਰ ਆਪਾਂ ਇਹਨਾਂ ਨੂੰ ਕੀ ਕਰਨਾ ਹੈਗਾ? ਇਹਨਾਂ ਨੂੰ ਆਪਾਂ ਜਿੰਨੀ ਇਹਦੀ ਪਾਵਰ ਦਿੱਤੀ ਹੋਈ ਉਨੀ ਟਾਈਮਸ ਆਪਾਂ ਰਾਈਟ ਕਰ ਲੈਣਾ, ਠੀਕ ਹੈ। 12 ਦੀ ਪਾਵਰ ਕਿੰਨੀ ਆ? 4, ਤੁਸੀਂ ਇਸ ਤਰ੍ਹਾਂ ਈਜ਼ੀ ਕਰ ਲਿਓ, ਠੀਕ ਹੈ। ਨਹੀਂ ਤਾਂ ਪਹਿਲਾਂ ਇਹਨੂੰ ਆਪਾਂ ਦੇਖ ਲਵਾਂਗੇ ਵੀ ਇੱਥੋਂ ਜਿਵੇਂ 2 ਦੀ ਪਾਵਰ ਬਣਦੀ ਹੈ, ਇੱਥੇ 3 ਦੀ ਬਣਦੀ ਹੈ, ਇਸ ਤਰ੍ਹਾਂ ਤੁਹਾਨੂੰ ਔਖਾ ਹੋ ਜਾਊਗਾ, ਤਾਂ ਤੁਸੀਂ ਇਹਨੂੰ ਇਸ ਤਰ੍ਹਾਂ ਸਿੰਪਲ ਵੇ ਦੇ ਨਾਲ ਇਸ ਤਰ੍ਹਾਂ ਕਰ ਲੈਂਦੇ ਹਾਂ ਵੀ ਇਹਦੀ ਪਾਵਰ ਜਿੰਨੀ ਦਿੱਤੀ ਹੋਈ ਹੈ ਉਨੀ ਵਾਰ ਆਪਾਂ ਇਹਨੂੰ ਮਲਟੀਪਲਾਈ ਲਿਖਦੇ ਹਾਂ। 12 ਰੇਜ਼ ਟੂ ਪਾਵਰ 4 ਸੀ, 4 ਟਾਈਮਸ ਰਾਈਟ ਕਰ ਲਿਆ, 9 ਕਿਊਬ ਆ 3 ਟਾਈਮਸ ਰਾਈਟ ਕਰ ਲਾਂਗੇ, ਠੀਕ ਹੈ। ਅਤੇ ਇੱਥੇ ਨੈਕਸਟ ਹੈਗਾ 4, ਇਸੇ ਤਰ੍ਹਾਂ ਆਪਾਂ 4 ਰਾਈਟ ਕਰ ਲਾਂਗੇ, ਠੀਕ ਹੈ। ਉਸ ਤੋਂ ਬਾਅਦ ਦੇ ਵਿੱਚ ਡਿਨੋਮੀਨੇਟਰ 6 ਕਿਊਬ ਆ, 6 ਨੂੰ 3 ਟਾਈਮਸ ਰਾਈਟ ਕਰ ਲਿਆ, ਠੀਕ ਹੈ। 8 ਸਕੇਅਰ ਆ, 8 ਨੂੰ 2 ਟਾਈਮਸ ਰਾਈਟ ਕਰ ਲਿਆ, ਠੀਕ ਹੈ। 2 ਦੀ ਪਾਵਰ 7 ਆ, ਇਹਨੂੰ 7 ਟਾਈਮਸ ਰਾਈਟ ਕਰ ਲਾਂਗੇ, ਠੀਕ ਹੈ। ਹੁਣ ਦੇਖਦੇ ਆਪਾਂ ਨਿਊਮੀਰੇਟਰ ਅਤੇ ਡਿਨੋਮੀਨੇਟਰ ਨੂੰ ਆਪਾਂ ਕੱਟ ਕਰ ਲਾਂਗੇ,
देखो 6 ਦੇ ਟੇਬਲ 'ਤੇ 12 ਕੱਟ ਹੁੰਦੇ ਆ। 6 2 12, 6 ਦੇ ਟੇਬਲ 'ਤੇ 12 ਕੱਟ ਹੋ ਗਏ। ठीक है, 6 ਨਾਲ 12। ਹੁਣ 2 ਨਾਲ 2 ਕੱਟ ਹੋ ਗਏ। ठीक है, इस 2 ਦੇ ਨਾਲ ਹੈ 2 ਕੱਟ ਹੋ ਗਏ। ਇਹਨਾਂ ਵਿੱਚੋਂ 3 2 ਕੱਟ ਹੋ ਗਏ। ठीक है, ਇਹਦੇ ਨਾਲ। ਹੁਣ ਦੇਖੋ ਇੱਕ 12 ਇੱਥੇ ਆਪਣੇ ਕੋਲ। ਹੁਣ 4 ਇੱਥੇ 2 ਮਲਟੀਪਲਾਈ 2 4 ਆ। ਠੀਕ ਹੈ, ਆਪਾਂ 4 ਕੱਟ ਕਰਤੇ 2 ਵਾਰੀ, 2 2 ਲੈ ਕੇ। ਹੁਣ ਇੱਥੇ 2 1 ਦੇ ਨਾਲ ਆਪਾਂ 12 ਨੂੰ ਕੱਟ ਦਾਂਗੇ, 6 ਆ ਜੂ। ਫਿਰ ਦੂਸਰੇ ਨਾਲ ਫਿਰ 12 ਨੂੰ ਕੱਟ 6 ਨੂੰ ਕੱਟ ਦਾਂਗੇ, 3 ਆ ਜੂ। ਠੀਕ ਹੈ, ਇਸ ਤਰ੍ਹਾਂ ਆਪਾਂ ਇਹਨੂੰ ਕੱਟ ਕਰ ਦਾਂਗੇ। ਹੁਣ ਇਹ ਕੀ ਰਹਿ ਗਿਆ ਉੱਪਰ ਆਪਣੇ ਕੋਲ, ਉਹ ਆਪਾਂ ਰਾਈਟ ਕਰ ਲੈਂਦੇ। ਕੀ ਰਹਿ ਗਿਆ, 9 ਮਲਟੀਪਲਾਈ 9 ਮਲਟੀਪਲਾਈ 9 ਇਹ ਰਹਿ ਗਿਆ। ਨੀਚੇ ਰਹਿ ਗਿਆ ਆਪਣੇ ਕੋਲ 8 ਮਲਟੀਪਲਾਈ 8। ਠੀਕ ਹੈ ਨਾ, ਇਹਨਾਂ ਦੇ ਵੀ ਆਪਾਂ ਫੈਕਟਰ ਲਿਖ ਲੈਂਦੇ ਹਾਂ। 9 ਦੇ 3 ਮਲਟੀਪਲਾਈ 3, ਦੂਸਰੇ 9 ਨੂੰ ਵੀ 3 ਮਲਟੀਪਲਾਈ 3 ਲਿਖ ਲੈਂਦੇ ਹਾਂ। ਸੌਰੀ, ਉੱਪਰ ਆਪਣੇ ਕੋਲ ਇੱਕ 3 ਵੀ ਰਹਿੰਦਾ। ਠੀਕ ਹੈ, ਇੱਕ 3 ਵੀ ਰਹਿ ਗਿਆ ਸੀ ਇੱਥੇ। ਇੱਕ 3 ਲਿਖ ਲਿਆ। 9 ਨੂੰ 3 ਮਲਟੀਪਲਾਈ 3, ਦੂਸਰੇ 9 ਨੂੰ 3 ਮਲਟੀਪਲਾਈ 3 ਅਤੇ ਤੀਸਰੇ 9 ਨੂੰ ਵੀ 3 ਮਲਟੀਪਲਾਈ 3। ਇਹਦੇ 2 3 ਇੱਥੋਂ ਆ ਗਏ, 2 ਇੱਥੋਂ ਆ ਗਏ, 4 ਹੋ ਗਏ। ਠੀਕ ਹੈ, ਅਤੇ 2 ਇੱਥੋਂ ਆ ਗਏ, 6 ਹੋ ਗਏ। ਠੀਕ ਹੈ, ਕਿੰਨੇ ਟਾਈਮਸ ਆ ਗਿਆ, 1 2 3 4 5 6 7 ਟਾਈਮਸ ਆਪਣੇ ਕੋਲ 3 ਆ ਗਿਆ। ਠੀਕ ਹੈ, ਨੀਚੇ ਦੇਖੋ 8 ਦੇ ਫੈਕਟਰ ਬਣਾਉਣੇ ਆ। ਇੱਕ 8 ਦੇ ਫੈਕਟਰ 2 ਮਲਟੀਪਲਾਈ 2 ਮਲਟੀਪਲਾਈ 2 8, 2 2 4 4 2 8, 3 ਟਾਈਮਸ 2 ਆਉਂਦਾ, ਇੱਕ 8 ਤੋਂ। ਠੀਕ ਹੈ, ਦੂਸਰੇ 8 ਦਾ ਵੀ 3 ਟਾਈਮਸ 2 ਰਾਈਟ ਕਰ ਦਾਂਗੇ ਆਪਾਂ। ਠੀਕ ਹੈ, ਹੁਣ ਇਹਨੂੰ ਪਾਵਰ ਦੇ ਵਿੱਚ ਲਿਖਣਾ। ਦੇਖੋ 3 ਦੀ ਪਾਵਰ ਕਿੰਨੀ ਆਊਗੀ, 1 2 3 4 5 6 7। ਇਹਦੀ ਪਾਵਰ ਕਿੰਨੀ ਆਊਗੀ, 6। ਤਾਂ ਇੱਥੇ ਆਪਾਂ ਰਾਈਟ ਕਰ ਦਾਂਗੇ ਐਕਸਪੋਨੈਂਸ਼ੀਅਲ ਫਾਰਮ ਦੇ ਵਿੱਚ 3 ਦੀ ਪਾਵਰ ਕਿੰਨੀ ਆ, 7, ਔਰ 2 ਦੀ ਪਾਵਰ ਕਿੰਨੀ ਆ, 6। ਇਸ ਤਰ੍ਹਾਂ ਇਹਨੂੰ ਆਪਾਂ ਐਕਸਪੋਨੈਂਸ਼ੀਅਲ ਫਾਰਮ ਦੇ ਵਿੱਚ ਰਾਈਟ ਕਰਤਾ। ਠੀਕ ਹੈ, ਕਲੀਅਰ ਹੋ ਗਿਆ। ਇਸ ਤਰ੍ਹਾਂ ਤੁਸੀਂ ਇਹਨੂੰ ਕਰਨਾ ਹੈਗਾ। ਪਹਿਲਾਂ ਸਾਰੇ ਨੂੰ ਖੋਲ੍ਹ ਲੈਣਾ, ਫਿਰ ਉਹ ਜਿੰਨੇ ਕੱਟ ਹੁੰਦੇ ਉਹ ਕੱਟ ਕਰ ਦਿਓ। ਬਾਕੀਆਂ ਦੇ ਆਪਾਂ ਫੈਕਟਰ ਬਣਾ ਕੇ ਉਹਨੂੰ ਆਪਾਂ ਪਾਵਰ ਦੇ ਵਿੱਚ ਰਾਈਟ ਕਰ ਦੇਣਾ, ਐਕਸਪੋਨੈਂਸ਼ੀਅਲ ਫਾਰਮ ਦੇ ਵਿੱਚ। ਨੈਕਸਟ ਹੈਗੇ ਆਪਣੇ ਕੋਲ 25। 25 ਪਹਿਲਾਂ ਰਾਈਟ ਕਰਾਂਗੇ। 5 ਸਕੇਅਰ ਆ ਤਾਂ 5 ਮਲਟੀਪਲਾਈ 5। ਠੀਕ ਹੈ, ਅਤੇ ਆਹ ਟੀ ਨੂੰ ਆਪਾਂ ਡਿਵਾਈਡ ਕਰਨਾ। ਇਸ ਤਰ੍ਹਾਂ ਵੀ ਤੁਸੀਂ ਡਿਵਾਈਡ ਕਰ ਸਕਦੇ ਹੋ ਵੀ ਬੇਸ ਇਕੁਅਲ ਆ ਅਤੇ ਪਾਵਰਸ ਨੂੰ ਸਬਟਰੈਕਟ ਕਰ ਸਕਦੇ ਹੋ। ਇਵੇਂ ਵੀ ਤੁਸੀਂ ਰਾਈਟ ਕਰਦੇ ਹੋ। ਟੀ ਨੂੰ ਜਿਹੜੀ ਪਾਵਰ 2 ਸੀ ਉੱਪਰ ਆਪਾਂ ਲੈ ਗਏ, ਡਿਵਾਈਡ ਕਰਤਾ। ਇਹ 'ਚੋਂ 10 ਨੂੰ ਕਿੰਨੇ ਟਾਈਮਸ ਲਿਖਾਂਗੇ ਆਪਾਂ, 3 ਟਾਈਮਸ। ਠੀਕ ਹੈ, ਹੁਣ ਇੱਥੇ 5 ਨਾਲ 10 ਕੱਟ ਹੋ ਗਏ, 2 ਆ ਗਿਆ। ਇਸ 5 ਨਾਲ ਵੀ 10 ਕੱਟ ਹੋ ਗਏ, 2 ਆ ਗਿਆ। 25 'ਚ ਵੀ 5 ਹੈਗੇ ਆ, 5 5 25, ਇਹ ਕੱਟ ਕੇ 2 ਆ ਗਿਆ। ਠੀਕ ਹੈ, ਹੁਣ ਉੱਪਰ ਇਕੱਲਾ 5 ਰਹਿ ਗਿਆ, ਇੱਥੋਂ ਇਕੱਲਾ ਹੀ 5 ਰਹਿ ਗਿਆ ਆਪਣੇ ਕੋਲ 25 'ਚੋਂ। ਠੀਕ ਹੈ, ਨੀਚੇ ਕਿੰਨਾ ਰਹਿ ਗਿਆ, 2 ਮਲਟੀਪਲਾਈ 2 ਮਲਟੀਪਲਾਈ 2, 2 ਮਲਟੀਪਲਾਈ 2 4, 4 ਮਲਟੀਪਲਾਈ 2 8। ਠੀਕ ਹੈ, ਹੁਣ ਟੀ ਦੀ ਪਾਵਰ ਕਿੰਨੀ ਰਹਿ ਗਈ ਆਪਣੇ ਕੋਲ, 8 ਮਾਈਨਸ 2 6 ਆਪਣੇ ਕੋਲ ਰਹਿ ਗਿਆ। ਹੁਣ ਇਹਨੂੰ ਐਕਸਪੋਨੈਂਸ਼ੀਅਲ ਫਾਰਮ ਦੇ ਵਿੱਚ ਇਹਨੂੰ ਰਾਈਟ ਕਰਨਾ ਹੈਗਾ 8 ਨੂੰ। ਤਾਂ ਇਹ ਕਿੰਨਾ ਸੀ ਆਪਣੇ ਕੋਲ, 2 ਦੀ ਪਾਵਰ ਕਿੰਨੀ ਸੀ, 1 2 3, 2 ਕਿਊਬ ਸੀ। ਇਸ ਤਰ੍ਹਾਂ ਆਪਾਂ ਰਾਈਟ ਕਰ ਦਾਂਗੇ। ਉੱਪਰ ਆਪਣੇ ਕੋਲ ਰਹਿ ਗਿਆ 5, ਟੀ ਦੀ ਪਾਵਰ ਕਿੰਨੀ ਹੈ, 6, ਔਰ 2 ਕੀ ਆ, ਕਿਊਬ। 2 ਤੇ ਪਾਵਰ ਹੈਗੀ ਆ 3। ਇਸ ਤਰ੍ਹਾਂ ਦਾ ਆਨਸਰ ਆ ਜਾਊਗਾ। ਨੈਕਸਟ ਹੈਗਾ 3 ਦੀ ਪਾਵਰ 5। 3 ਨੂੰ ਆਪਾਂ 5 ਟਾਈਮਸ ਰਾਈਟ ਕਰਨਾ। 3 4 5। 10 ਦੀ ਪਾਵਰ ਕਿੰਨੀ ਆ, 5। 10 ਨੂੰ ਆਪਾਂ 5 ਟਾਈਮਸ ਰਾਈਟ ਕਰਨਾ। 10 ਮਲਟੀਪਲਾਈ 10 ਮਲਟੀਪਲਾਈ 10 ਮਲਟੀਪਲਾਈ 10 ਮਲਟੀਪਲਾਈ ਨੀਚੇ 5 ਦੀ ਪਾਵਰ ਕਿੰਨੀ ਆ, 7। 5 ਨੂੰ ਆਪਾਂ 7 ਟਾਈਮਸ ਰਾਈਟ ਕਰਨਾ।
6 ਦੀ ਪਾਵਰ ਕਿੰਨੀ ਆ 5, 6 ਨੂੰ ਆਪਾਂ 5 ਟਾਈਮਸ ਰਾਈਟ ਕਰਨਾ। ਇਸ ਤਰ੍ਹਾਂ ਆਪਾਂ ਇਹਨੂੰ ਸਾਰੇ ਨੂੰ ਆਪਾਂ ਖੋਲ ਕੇ ਲਿਖ ਲਿਆ, ਮਲਟੀਪਲਾਈ ਦੇ ਰੂਪ ਦੇ ਵਿੱਚ ਆਪਾਂ ਸਾਰਿਆਂ ਨੂੰ ਰਾਈਟ ਕਰ ਲਿਆ। ਠੀਕ ਹੈ, ਤਾਂ ਹੁਣ 3 ਦੇ ਟੇਬਲ 'ਤੇ 6 ਕੱਟ ਹੁੰਦੇ ਆ, 3 2 6, 3 ਦੇ ਟੇਬਲ 'ਤੇ 6 ਕੱਟ ਹੁੰਦੇ ਆ 2। ਠੀਕ ਹੈ, ਇੱਥੇ 2 ਆ ਗਿਆ, ਇੱਥੇ 2 ਆ ਗਿਆ, 5 ਵੀ ਆਪਣੇ ਕੋਲ 3 ਆ ਅਤੇ 5 ਵੀ ਆਪਣੇ ਕੋਲ 6 ਆ, ਇਹ ਕੱਟ ਹੋ ਗਏ। ਹੁਣ ਇਸ 2 ਦੇ ਨਾਲ 2 ਦੇ ਟੇਬਲ 'ਤੇ 10 ਕੱਟ ਹੁੰਦੇ ਆ, 2 5s are 10, 2 5s are 10, ਆਪਣੇ ਕੋਲ 5 10 ਜਿਹੜੇ ਆ ਉਹ ਕੱਟ ਹੋ ਜਾਣਗੇ 2 ਦੇ ਨਾਲ। ਹੁਣ ਦੇਖੋ 5 ਦੇ ਟੇਬਲ 'ਤੇ 5, 5 ਦੇ ਨਾਲ 5, ਹੁਣ ਇੱਥੋਂ 5 ਇਹ ਕੱਟ ਹੋ ਜਾਣਗੇ 5, ਕਿੰਨੇ 1 2 3 4 5। ਠੀਕ ਹੈ, 1 2 3 4 5 ਕੱਟ ਹੋਣੇ ਸੀ, 5 ਇੱਕ ਵੱਧ ਕੱਟ ਹੋ ਗਿਆ, ਇੱਧਰੋਂ 1 2 3 4 5 ਆ, 5 ਦੇ ਨਾਲ 5 ਕੱਟ ਹੋ ਗਏ। ਠੀਕ ਹੈ, ਹੁਣ ਨੈਕਸਟ ਦੇਖੋ, ਹੁਣ 25 ਰਹਿ ਗਏ ਆਪਣੇ ਕੋਲ, 25 5 5s are 25, ਇੱਕ 5 ਕੱਟ ਹੋ ਗਿਆ, ਫਿਰ 5 1s are 5, ਆ ਵੀ 5 ਕੱਟ ਹੋ ਗਿਆ, ਸਾਰੇ ਹੀ ਕੱਟ ਹੋ ਗਏ। ਠੀਕ ਹੈ, ਤਾਂ ਉੱਪਰ ਵੀ ਆਪਣੇ ਕੋਲ 1 ਆ ਗਿਆ ਅਤੇ ਨੀਚੇ ਵੀ 1, ਇਹਦਾ ਮਤਲਬ ਆਨਸਰ ਕੀ ਹੈ ਆਪਣੇ ਕੋਲ 1। ਜਦੋਂ ਨਿਊਮੀਰੇਟਰ 'ਚ ਵੀ 1 ਆ ਗਿਆ, ਸਾਰੇ ਕੱਟ ਹੋ ਗਏ, ਡਿਨੋਮੀਨੇਟਰ 'ਚ ਵੀ ਕੱਟ ਹੋ ਗਏ, ਆਨਸਰ ਕਿੰਨਾ ਆਪਣੇ ਕੋਲ 1। 5th ਸਮ ਦੇ ਵਿੱਚ ਹੁਣ ਦੇਖੋ ਇਸ ਤਰ੍ਹਾਂ ਨੰਬਰਸ ਦਿੱਤੇ ਹੋਏ ਆਪਾਂ ਨੂੰ, ਇਹਨੂੰ ਐਕਸਪੋਨੈਂਸ਼ੀਅਲ ਫਾਰਮ ਦੇ ਵਿੱਚ ਰਾਈਟ ਕਰਨਾ। ਠੀਕ ਹੈ, ਇਹਦਾ ਜਿਹੜਾ ਬੇਸ ਆ ਉਹ ਪ੍ਰਾਈਮ ਫੈਕਟਰ ਹੋਵੇ। ਇਹਨਾਂ ਨੂੰ ਉਹਨੇ ਕਿਹਾ ਐਕਸਪ੍ਰੈਸ ਈਚ ਆਫ ਦਾ ਫੋਲੋਇੰਗ ਐਜ਼ ਏ ਪ੍ਰੋਡਕਟ ਆਫ ਪ੍ਰਾਈਮ ਫੈਕਟਰਸ ਓਨਲੀ ਇਨ ਐਕਸਪੋਨੈਂਸ਼ੀਅਲ ਫਾਰਮ। ਠੀਕ ਹੈ, ਅਤੇ ਜਿਹੜੇ ਬੇਸ ਆ ਉਹ ਪ੍ਰਾਈਮ ਨੰਬਰ ਆਪਾਂ ਬਣਾਉਣਾ ਹੈਗਾ, ਅਤੇ ਇਹਨੂੰ ਆਪਾਂ ਉਹਦੇ ਪ੍ਰੋਡਕਟ ਦੇ ਰੂਪ ਦੇ ਵਿੱਚ ਰਾਈਟ ਕਰਨਾ, ਐਕਸਪੋਨੈਂਸ਼ੀਅਲ ਫਾਰਮ ਦੇ ਵਿੱਚ ਲਿਖ ਕੇ ਉਹਨਾਂ ਦਾ ਪ੍ਰੋਡਕਟ ਦੋਨਾਂ ਦਾ। ਠੀਕ ਹੈ, ਸਭ ਤੋਂ ਪਹਿਲਾਂ ਆਪਾਂ ਇਹਦੇ ਪ੍ਰਾਈਮ ਫੈਕਟਰ ਬਣਾਵਾਂਗੇ 729 ਦੇ। ਠੀਕ ਹੈ, ਤਾਂ ਇਹਦੇ ਆਪਾਂ ਦੇਖਾਂਗੇ ਇਹਦੀ ਪਾਵਰ ਕਿੰਨੀ ਬਣ ਰਹੀ ਹੈ, ਕਿਹੜਾ ਨੰਬਰ ਆਪਣੇ ਕੋਲ ਆ ਰਿਹਾ। 729 ਨੂੰ ਪਹਿਲਾਂ ਆਪਾਂ ਕਿਹਦੇ ਨਾਲ 3 ਨਾਲ ਡਿਵਾਈਡ ਕਰਾਂਗੇ, ਪਿੱਛੇ 9 ਆ ਦੇਖੋ 3 'ਤੇ ਡਿਵਾਈਡ ਕਰਾਂਗੇ, 3 2s are 6 4 3। ਠੀਕ ਹੈ, 243 ਆ ਗਿਆ, ਫਿਰ 3 ਨਾਲ ਡਿਵਾਈਡ ਕੀਤਾ 81 ਆ ਗਿਆ, ਫਿਰ 3 ਨਾਲ ਇਹਨੂੰ ਡਿਵਾਈਡ ਕਰਾਂਗੇ 27, 3 ਨਾਲ ਡਿਵਾਈਡ ਕਰਕੇ 9, ਫਿਰ 3 ਨਾਲ ਡਿਵਾਈਡ ਕਰਕੇ 3, ਫਿਰ 3 ਨਾਲ ਡਿਵਾਈਡ ਕਰਕੇ 1। ਆਪਣੇ ਕੋਲ 3 ਦੇ ਪ੍ਰਾਈਮ ਫੈਕਟਰ ਆ ਗਏ, ਫਿਰ ਸੌਰੀ 729 ਦੇ ਆ ਗਏ, ਫਿਰ ਇੱਥੇ ਆਪਾਂ 64 ਦੇ ਰਾਈਟ ਕਰ ਲਾਂਗੇ। ਠੀਕ ਹੈ, ਪ੍ਰਾਈਮ ਫੈਕਟਰ 32 16 2 ਤੇ 8, ਫਿਰ 4 ਆ ਗਿਆ 2 ਤੇ, ਫਿਰ 2 ਤੇ ਆਪਣੇ ਕੋਲ ਕਿੰਨਾ ਆ ਗਿਆ 2। ਠੀਕ ਹੈ, ਅੱਗੇ 2 2s are 1, 2 1s are 2 ਸੌਰੀ। ਠੀਕ ਹੈ, ਇਸ ਤਰ੍ਹਾਂ ਆਪਣੇ ਕੋਲ ਪ੍ਰਾਈਮ ਫੈਕਟਰ 64 ਦੇ ਬਣ ਗਏ, 729 ਦੇ ਆ। ਇੱਥੇ ਹੁਣ 3 ਦੀ ਪਾਵਰ ਕਿੰਨੀ ਬਣਦੀ 1 2 3 4 5 6, 3 ਨੂੰ 6 ਟਾਈਮਸ ਮਲਟੀਪਲਾਈ ਲਿਖਾਂਗੇ, 3 ਮਲਟੀਪਲਾਈ 3 ਮਲਟੀਪਲਾਈ 3 ਮਲਟੀਪਲਾਈ 3 ਮਲਟੀਪਲਾਈ 3 ਮਲਟੀਪਲਾਈ 3, ਇਹ 6 ਟਾਈਮਸ 3 ਹੋ ਆਪਣੇ ਕੋਲ 3 ਹੋ ਗਿਆ 729 ਦੇ ਫੈਕਟਰ। ਠੀਕ ਹੈ, ਉਸ ਤੋਂ ਬਾਅਦ 'ਚ ਮਲਟੀਪਲਾਈ 'ਚ ਆਪਾਂ ਲਿਖਾਂਗੇ 64 ਦੇ ਪ੍ਰਾਈਮ ਫੈਕਟਰ। 64 ਦੇ ਕਿੰਨੇ ਟਾਈਮਸ ਆ 1 2 3 4 5 6 ਟਾਈਮਸ, 6 ਟਾਈਮਸ ਆਪਣੇ ਕੋਲ 2 ਆ। ਠੀਕ ਹੈ, ਇਹਨੂੰ ਆਪਾਂ ਇਸ ਤਰ੍ਹਾਂ ਰਾਈਟ ਕਰ ਸਕਦੇ ਹਾਂ ਐਕਸਪੋਨੈਂਸ਼ੀਅਲ ਫਾਰਮ ਦੇ ਵਿੱਚ, 3 ਰੇਜ਼ ਟੂ ਪਾਵਰ 6 ਮਲਟੀਪਲਾਈ 2 ਰੇਜ਼ ਟੂ ਪਾਵਰ 6। ਹੁਣ ਪਾਵਰ ਸੇਮ ਆ, ਬੇਸ ਅਲੱਗ-ਅਲੱਗ ਆ, ਤਾਂ ਬੇਸ ਮਲਟੀਪਲਾਈ ਹੋ ਜਾਣਗੇ। ਠੀਕ ਹੈ, ਅਤੇ ਪਾਵਰ ਇਹਨਾਂ ਦੀ ਇੱਕ ਹੀ ਆਪਾਂ ਲਿਖ ਸਕਦੇ ਹਾਂ, ਕਿਉਂਕਿ 3 ਦੀ ਪਾਵਰ ਵੀ 6 ਆ, 2 ਦੀ ਪਾਵਰ ਵੀ 6 ਆ, ਤਾਂ 6 ਦੀ ਪਾਵਰ 6 ਆ ਗਈ। ਇਹ ਆਪਾਂ ਇਹਨੂੰ ਐਕਸਪੋਨੈਂਸ਼ੀਅਲ ਫਾਰਮ ਦੇ ਵਿੱਚ ਰਾਈਟ ਕਰਤਾ। ਜੇ ਤੁਸੀਂ ਇਸ ਤਰ੍ਹਾਂ ਇਹਨੂੰ ਪ੍ਰੋਡਕਟ ਦੇ ਰੂਪ ਵਿੱਚ ਵੀ ਲਿਖਦੇ ਹਾਂ ਤਾਂ ਵੀ ਸਹੀ ਹੈ, ਨਹੀਂ ਅੱਗੇ ਇਹਨੂੰ ਸੋਲਵ ਕਰ ਦਿਓ, ਇਹਨੂੰ ਆਪਾਂ ਮਲਟੀਪਲਾਈ ਕਰਕੇ ਇਹਦੀ ਪਾਵਰ ਆਪਾਂ ਲਿਖ ਦਾਂਗੇ। ਇਸ ਤਰ੍ਹਾਂ ਇਹਨਾਂ ਦੋਨਾਂ ਦੇ ਫੈਕਟਰ ਬਣਾ ਲਓ 108 ਦੇ
ਜਿਹੜੇ ਇਹਦੇ ਨੈਕਸਟ ਸਮ ਆ, ਜਿਹੜੇ ਸੈਕਿੰਡ ਤੇ ਥਰਡ ਪਾਰਟ ਆ, ਇਸੇ ਤਰ੍ਹਾਂ ਹੀ ਕਰਨੇ ਜਿਵੇਂ ਆਪਾਂ ਫਸਟ ਸਮ ਕੀਤਾ। ਇਹਦੇ ਫੈਕਟਰ ਬਣਾ ਕੇ ਇਹਨੂੰ ਮਲਟੀਪਲਾਈ ਲੈ ਕੇ ਇਸੇ ਤਰ੍ਹਾਂ ਤੁਸੀਂ ਇਹਦੇ ਸੈਕਿੰਡ ਥਰਡ ਪਾਰਟ ਟਰਾਈ ਕਰਨੇ ਆਪਣੇ ਆਪ। ਓਕੇ, ਥੈਂਕ ਯੂ ਬੇਟਾ।